नहीं देखो ਉਹੀ ਗੱਲ ਆ ਗਈ ਨਾ ਜੀ ਇਹ ਵੀ ਹੁਣ ਇਹ ਕਹਿ ਲਈਏ ਵੀ ਅਕਾਲੀ ਦਲ ਪਾਰਟੀ ਦਾ ਇੱਕ ਪੱਤਾ ਸੁੱਟਿਆ ਜਾ ਰਿਹਾ ਦਲਿਤ ਭਰਾਵਾਂ ਨੂੰ ਨਾਲ ਲੈ ਕੇ ਹੁਣ ਇਹਨਾਂ ਨੂੰ ਦਲਿਤ ਭਰਾ ਦੇਖਦੇ ਨੇ ਪਹਿਲਾਂ ਦਲਿਤ ਭਰਾ ਦਿਖੇ ਨਹੀਂ 1947 ਤੋਂ ਲੈ ਕੇ 2021 13 ਜੂਨ ਅੱਜ ਦੀ ਤਰੀਕ ਤੱਕ 73 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਆਪਣੀ ਆਜ਼ਾਦੀ ਨੂੰ। ਉਹਨਾਂ 73 ਸਾਲਾਂ 'ਚ ਕਿਸਾਨੀ ਨੇ ਕੀ ਪਾਇਆ ਤੇ ਕੀ ਗਵਾਇਆ। ਜੀ ਇੱਕ ਟਾਈਮ ਕਣਕ ਦਾ ਭਾਅ ਸੋਨੇ ਦੇ ਭਾਅ ਦੇ ਬਰਾਬਰ ਹੁੰਦਾ ਸੀ। ਸਰ ਦੇਖੋ ਜਿੰਨੇ ਵੀ ਆਪਣੀ ਫੋਰਸਿਸ ਲੱਗੀਆਂ ਹੋਈਆਂ ਨੇ ਜਾਂ ਜਿੰਨੇ ਵੀ ਆਪਣੇ ਜੋ ਵੀ ਏਜੰਸੀਜ਼ ਲੱਗੀਆਂ ਹੋਈਆਂ ਨੇ ਉਹ ਕ੍ਰਿਮੀਨਲਾਂ ਨੂੰ ਖਤਮ ਕਰ ਰਹੀਆਂ ਨੇ। ਆਪਾਂ ਕ੍ਰਾਈਮ ਨੂੰ ਖਤਮ ਕਰਨਾ ਹੈ। ਬਾਹਰਲੇ ਦੇਸ਼ਾਂ ਦੇ ਵਿੱਚ ਇਨਸਾਨ ਦੀ ਵੈਲਿਊ ਬਹੁਤ ਹੈ। ਉੱਥੇ ਕੋਈ ਬੰਦਾ ਬਿਮਾਰ ਹੋ ਗਿਆ ਕਿਸੇ ਵੀ ਪਾਸੇ ਹੋ ਗਿਆ ਤਾਂ ਉਹ ਬਾਈ 에ਅਰ ਵੀ ਉਹਨਾਂ ਨੂੰ ਲੈ ਜਾਂਦੇ ਨੇ। ਸਾਰੀ ਸਰਕਾਰ ਉਹਦੇ ਤੇ ਲੱਗ ਜਾਂਦੀ ਵੀ ਇਹ ਬੰਦਾ ਜ਼ਿੰਦਾ ਰਵੇ। ਤੇ ਸਾਡੇ ਇੱਥੇ ਕੀ ਹੁੰਦਾ ਜੇ ਕੋਈ ਪੇਸ਼ੈਂਟ ਐਂਬੂਲੈਂਸ ਦੇ ਵਿੱਚ ਵੀ ਜਾ ਰਿਹਾ ਤਾਂ ਉਹਨੂੰ ਸਾਡੀ ਟ੍ਰੈਫਿਕ ਰਾਹ ਨਹੀਂ ਦਿੰਦੀ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸ਼ਮਿੰਦਰ ਸਿੰਘ ਪ੍ਰੋਗਰਾਮ ਚਰਚਾ ਲੈ ਕੇ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਹਾਜ਼ਰ ਹਾਂ। ਅੱਜ 13 ਜੂਨ 2021 ਤੇ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ। ਖਬਰਾਂ ਜਿਹੜੀਆਂ ਸੁਰਖੀਆਂ ਬਣਦੀਆਂ ਨੇ, ਅਖਬਾਰਾਂ ਦੇ ਉੱਤੇ ਜਿਹੜੀਆਂ ਸੁਰਖੀਆਂ ਆਉਂਦੀਆਂ, ਜਿਹੜੀ ਅਹਿਮ ਖਬਰ ਹੁੰਦੀ ਹੈ ਉਹੀ ਸੁਰਖੀ ਬਣਦੀ ਹੈ। ਤਾਂ ਉਹਨਾਂ ਸੁਰਖੀਆਂ ਦੇ ਉੱਤੇ ਅਸੀਂ ਚਰਚਾ ਕਰਦੇ ਹਾਂ। ਚਰਚਾ ਕਰਨ ਦੇ ਲਈ ਸਾਡੇ ਨਾਲ ਸਾਡੇ ਦੋਸਤ, ਸਾਡੇ ਭਰਾ, ਸਾਡੇ ਮਾਹਿਰ ਜਿਨ੍ਹਾਂ ਨੇ ਸਮਾਜ ਨੂੰ ਬੜੀ ਨੇੜਿਓਂ ਵਾਚਿਆ ਹੁੰਦਾ, ਉਹਨਾਂ ਨੂੰ ਅਸੀਂ ਇਹਦੇ ਵਿੱਚ ਬੁਲਾਉਂਦੇ ਹਾਂ। ਹਮੇਸ਼ਾ ਦੀ ਤਰ੍ਹਾਂ ਅੱਜ ਵੀ ਸਾਡੇ ਮਹਿਮਾਨ ਨੇ ਸਰਦਾਰ ਰੁਪਿੰਦਰ ਸਿੰਘ ਸਰਸੂਆ, MD ਈ ਸਕੂਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਆਪਾਂ ਚਰਚਾ ਜਿਹੜੀ ਖਬਰਾਂ ਦੇ ਉੱਤੇ ਕਰਦੇ ਹਾਂ। ਜਗਬਾਣੀ ਦੀ ਜੇ ਮੈਂ ਪਹਿਲੀ ਖਬਰ ਦੀ ਗੱਲ ਕਰਾਂ, ਜਗਬਾਣੀ ਦੇ ਪਹਿਲੇ ਹੀ ਸਫੇ ਦੇ ਉੱਤੇ ਖਬਰ ਹੈ ਜੀ, ਪੰਜਾਬ ਦੀਆਂ 20 ਵਿਧਾਨ ਸਭਾ ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚੋਣ ਲੜੇਗੀ ਬਸਪਾ। ਹੁਣ ਤੁਸੀਂ ਦੇਖੋ ਵੀ ਪਹਿਲਾਂ ਤਾਂ ਇਹਨਾਂ ਦਾ ਜਿਹੜਾ ਗੱਠਜੋੜ ਸੀਗਾ ਉਹ ਬੀਜੇਪੀ ਨਾਲ ਸੀ। ਹੁਣ ਬੀਜੇਪੀ ਨਾਲ ਕੀ ਗੱਲ ਹੋ ਗਈ, ਕਿਉਂਕਿ ਕਿਸਾਨੀ ਦਾ ਮੁੱਦਾ ਮੈਨੂੰ ਲੱਗਦਾ ਉਹਨੂੰ ਲੈ ਕੇ ਚੱਲੇ ਆ, ਤਾਂ ਹੁਣ ਉਹਦੇ ਨਾਲ ਗੱਠਜੋੜ ਤੋੜ ਕੇ ਇਹਨਾਂ ਨੇ ਬਸਪਾ ਨਾਲ ਬਣਾ ਲਿਆ। ਤਾਂ ਉਹਨਾਂ ਨੂੰ ਇਹ ਵੀ ਕਹਿਤਾ ਵੀ ਤੁਹਾਨੂੰ ਅਸੀਂ 20 ਸੀਟਾਂ ਦੇਵਾਂਗੇ। ਬਸਪਾ ਸਰ ਬਹੁਜਨ ਸਮਾਜ ਪਾਰਟੀ 1984 ਚ ਸ਼ੁਰੂ ਹੋਈ ਸੀ ਜੀ, ਔਰ ਕਾਂਸ਼ੀ ਰਾਮ ਜੀ ਨੇ ਇਹਦੀ ਸਥਾਪਨਾ ਕੀਤੀ ਸੀ। ਮਾਇਆਵਤੀ ਜੀ ਯੂਪੀ ਦੇ ਆਪਣੇ ਚੀਫ ਮਿਨਿਸਟਰ ਵੀ ਰਹੇ ਨੇ ਜੀ ਜੀ। ਤਾਂ ਬਹੁਜਨ ਸਮਾਜ ਪਾਰਟੀ ਇਹਦਾ ਅਸਲ ਚ ਮਤਲਬ ਨਾਮ ਰੱਖਣ ਦਾ ਮਤਲਬ ਕੀ ਸੀ ਕਿ ਜੋ ਦਲਿਤ ਹੈ, ਪਿਛੜੇ ਹੋਏ ਵਰਗ ਨੇ, ਚਾਹੇ ਧਾਰਮਿਕ ਤੌਰ ਤੇ ਹੈ ਚਾਹੇ ਜਾਤ ਪਾਤ ਤੌਰ ਤੇ ਹੈ, ਉਹਨਾਂ ਨੂੰ ਬਹੁਜਨ ਕਹਿ ਕੇ ਇਹਨਾਂ ਨੇ ਉਸ ਦਾ ਨਾਮ ਰੱਖਿਆ ਸੀ। ਉਹ ਬੇਸਿਕਲੀ ਓਰੀਜਨਲੀ ਦਲਿਤਾਂ ਦੀ ਪਾਰਟੀ ਹੈ ਇੱਕ। ਔਰ ਕਾਂਸ਼ੀ ਰਾਮ ਜੀ 1996 ਦੇ ਵਿੱਚ ਸ਼ਾਇਦ ਇੱਥੋਂ ਹੁਸ਼ਿਆਰਪੁਰ ਤੋਂ ਚੁਣਾਵ ਵੀ ਲੜੇ ਸੀ, ਜਿੱਤੇ ਵੀ ਸੀ ਜੀ। ਤਾਂ ਇੱਕ ਤਾਂ ਇਹ ਮੇਰੇ ਮੁਤਾਬਕ ਜੋ ਜਿੰਨੀ ਕੁ ਮੇਰਾ ਸੋਚ ਕੰਮ ਕਰਦੀ ਹੈ ਕਿ ਇੱਕ ਅੱਛਾ ਸਟੈਪ ਹੈ ਦਲਿਤਾਂ ਦੀ। ਜੇ ਇੱਕ ਮੁੱਖ ਪਾਰਟੀ ਨੂੰ ਤੁਸੀਂ ਨਾਲ ਰਲਾ ਕੇ ਚੱਲ ਰਹੇ ਹੋ ਔਰ ਡਿਪਟੀ CM ਦਾ ਤੁਸੀਂ ਅਹੁਦਾ ਵੀ ਦੇ ਰਹੇ ਹੋ ਔਰ ਨਾਲ ਉਹਨਾਂ ਨੂੰ ਕੁਝ ਸੀਟਾਂ ਵੀ ਦੇ ਰਹੇ ਹੋ, ਤਾਂ ਉਹ ਪਿਛੜਿਆ ਹੋਇਆ ਨਹੀਂ ਹੋਰ ਮਹਿਸੂਸ ਕਰਨਗੇ। ਉਹਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਉਹਨਾਂ ਨੂੰ ਹੋਰ ਵਧੀਆ ਢੰਗ ਨਾਲ ਅੱਗੇ ਰੱਖਿਆ ਜਾ ਸਕਦਾ ਹੈ। ਜੀ ਬਿਲਕੁਲ। ਦੂਸਰੀ ਗੱਲ ਵਿੱਕੀ ਜੀ ਤੁਸੀਂ ਕੀਤੀ ਕਿ ਭਾਜਪਾ ਨਾਲ ਕਿਉਂ ਟੁੱਟ ਗਏ। ਬਿਲਕੁਲ 1997 ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਆਪਣਾ ਅਟਲ ਬਿਹਾਰੀ ਵਾਜਪੇਈ ਜੀ ਨਾਲ ਗੱਠਜੋੜ ਕਰਕੇ ਭਾਜਪਾ ਤੇ ਅਕਾਲੀ ਦਲ ਦਾ ਇੱਕ ਸਮੂਹ ਮੋਰਚਾ, ਇੱਕ ਸੰਯੁਕਤ ਮੋਰਚਾ ਬਣਾਇਆ ਸੀ ਪੰਜਾਬ ਦੇ ਵਿੱਚ ਜੀ। ਅਸਲ ਗੱਲ ਕੀ ਹੈ ਕਿ 1997 ਦੀ ਜਿਹੜੀ ਭਾਜਪਾ ਸੀ ਉਹਨੂੰ ਸ਼੍ਰੀ ਅਟਲ ਬਿਹਾਰੀ ਵਾਜਪੇਈ ਜੀ ਚਲਾਉਂਦੇ ਸੀ। ਬਿਲਕੁਲ। ਤੇ ਅੱਜ ਨਰਿੰਦਰ ਮੋਦੀ ਜੀ ਚਲਾਉਂਦੇ ਨੇ। ਉਸ ਭਾਜਪਾ ਤੇ ਇਸ ਭਾਜਪਾ 'ਚ ਬੜਾ ਫਰਕ ਹੈ। ਕੀ ਬਾਤ। ਬਿਲਕੁਲ। ਉਹ ਭਾਜਪਾ ਦਾ ਜੋ ਰਵੱਈਆ ਸੀ ਪੰਜਾਬੀਆਂ ਪ੍ਰਤੀ ਜਾਂ ਦੇਸ਼ ਪ੍ਰਤੀ, ਔਰ ਜੋ ਅੱਜ ਦੀ ਭਾਜਪਾ ਜਿਹਨੂੰ ਅਮਿਤ ਸ਼ਾਹ ਜੀ ਤੇ ਨਰਿੰਦਰ ਮੋਦੀ ਜੀ ਚਲਾ ਰਹੇ ਨੇ, ਇਹਨਾਂ ਦੋਨਾਂ ਦੀ ਸੋਚ 'ਚ ਜਾਂ ਕੰਮ ਕਰਨ 'ਚ ਜਾਂ ਜਿਹੜੇ ਇਹਨਾਂ ਦੇ ਭਾਈਵਾਲ ਪਾਰਟੀਆਂ ਨੇ ਉਹਨਾਂ ਦੇ ਪ੍ਰਤੀ ਰਵੱਈਏ 'ਚ ਬੜਾ ਫਰਕ ਆ। ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਸੀ, ਸਾਰਿਆਂ ਦੀ ਗੱਲ ਸੁਣਦੇ ਸੀ। ਬਿਲਕੁਲ। ਤਾਂ ਇਹ ਕੁਝ ਬੇਸਿਕ ਮਤਭੇਦ ਹੋ ਜਾਂਦੇ ਨੇ ਪਾਰਟੀਆਂ 'ਚ, ਅਮੂਮਨ ਹੋ ਜਾਂਦੇ ਨੇ, ਔਰ ਉਸ ਤੋਂ ਬਾਅਦ ਇਹਨਾਂ ਦਾ ਕਾਫੀ ਲੰਬਾ ਸਮਾਂ ਗੱਠਜੋੜ ਵੀ ਚੱਲਿਆ। ਪਰ ਮੇਨ ਇਹਦੇ ਵਿੱਚ ਤੁਸੀਂ ਜਿਹੜੀ ਗੱਲ ਕਹੀ ਕਿ ਮੇਨ ਇੱਕ ਟੁੱਟਣ ਦਾ ਕਾਰਨ ਕਿਸਾਨ, ਜੋ ਕਿਸਾਨੀ ਧਰਨਾ ਹੈ ਜਾਂ ਕਿਸਾਨੀ ਕਾਲੇ ਕਾਨੂੰਨ ਹੈ, ਉਹੀ ਹੈ। ਨਹੀਂ ਦੇਖੋ ਉਹੀ ਗੱਲ ਆ ਗਈ ਨਾ ਜੀ, ਇਹ ਵੀ ਹੁਣ ਇਹ ਕਹਿ ਲਈਏ ਵੀ ਅਕਾਲੀ ਦਲ ਪਾਰਟੀ ਦਾ ਇੱਕ ਪੱਤਾ ਸੁੱਟਿਆ ਜਾ ਰਿਹਾ ਦਲਿਤ ਭਰਾਵਾਂ ਨੂੰ ਨਾਲ ਲੈ ਕੇ। ਹੁਣ ਇਹਨਾਂ ਨੂੰ ਦਲਿਤ ਭਰਾ ਦਿਖਦੇ ਨੇ, ਪਹਿਲਾਂ ਦਲਿਤ ਭਰਾ ਦਿਖੇ ਨਹੀਂ। ਸਰ ਦਲਿਤਾਂ ਵਾਸਤੇ ਜੋ ਵੀ ਕੰਮ ਕੀਤਾ ਜਾ ਰਿਹਾ ਹੈ, ਚਾਹੇ ਅਕਾਲੀ ਦਲ ਕਰੇ, ਹੁਣ ਉਹ ਕੋਈ ਇਕੱਲੇ ਇਹ ਨਹੀਂ ਹੈ ਵੀ ਅਕਾਲੀ ਦਲ ਨੂੰ ਦਲਿਤ ਭਰਾ ਦਿਖਦੇ ਆ ਕਿ ਨਹੀਂ ਦਿਖਦੇ। ਭਾਜਪਾ ਕਹਿ ਰਹੀ ਹੈ ਅਸੀਂ CM ਹੀ ਦਲਿਤਾਂ ਦਾ ਬਣਾਵਾਂਗੇ।
ਕਿਉਂਕਿ ਤਾਂ ਉਹ ਹਰ ਇੱਕ ਪਾਰਟੀ ਹੀ ਵੋਟਾਂ ਦੇ ਨੇੜੇ ਆ ਕੇ ਕੋਈ ਨਾ ਕੋਈ ਕੋਸ਼ਿਸ਼ ਕਰਦੀ ਹੈ, ਕਿਉਂਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਦਲਿਤ ਨੇ। ਬਿਲਕੁਲ ਤਾਂ ਉਸ ਇਹਦੇ ਕਰਕੇ ਉਹਨਾਂ ਨੂੰ ਦੇਖੋ, ਜੇ ਭਾਜਪਾ ਨੇ ਕਾਲੇ ਕਾਨੂੰਨ ਨਾ ਲਿਆਉਂਦੇ ਹੁੰਦੇ ਜਾਂ ਵਾਪਸ ਲਏ ਹੁੰਦੇ ਤਾਂ ਹੋ ਸਕਦਾ ਹੈ ਇਹ ਗੱਠਜੋੜ ਨਾ ਹੁੰਦਾ। ਨਾ ਹੁੰਦਾ। ਹਾਂਜੀ। ਬ੍ਰਦਰ ਹੋਰਾਂ ਨੇ ਗੱਲ ਕੀਤੀ ਹੈ ਕਿ ਇਹ ਜਿਹੜਾ ਗੱਠਜੋੜ ਟੁੱਟਿਆ, ਉਹਦੇ ਵਿੱਚ ਕਿਉਂਕਿ ਕਿਸਾਨ ਮੋਰਚਾ ਜਿਹੜਾ ਉਹ ਲੱਗਾ ਹੋਇਆ, ਤੁਹਾਨੂੰ ਪਤਾ ਹੈ ਕਿਸਾਨ ਜਿਹੜੇ ਨੇ ਉਹ ਸਿੱਧੇ ਸਿੱਧੇ ਜਿਹੜਾ ਮੋਦੀ ਸਾਹਿਬ ਦੇ ਐਂਟੀ ਚੱਲਦੇ ਪਏ ਨੇ, ਤੇ ਸੈਂਟਰ ਦੀ ਜਿਹੜੀ ਸਰਕਾਰ ਆ ਉਹਦੇ ਵਿੱਚ ਮੋਦੀ ਸਾਹਿਬ ਬੈਠੇ ਆ, ਉਹ ਭਾਜਪਾ ਦੇ ਨੇ। ਤੇ ਇਹਨਾਂ ਨੂੰ ਕਿਤੇ ਨਾ ਕਿਤੇ ਇਹ ਲੱਗਦਾ ਵੀ ਆਉਣ ਵਾਲੀਆਂ ਚੋਣਾਂ ਦੇ ਵਿੱਚ ਜਿਹੜੇ ਕਿਸਾਨ ਹੈ, ਕਿਉਂਕਿ ਕਿਸਾਨ ਜਿਹੜੇ ਸਾਡੇ ਭਰਾ ਨੇ ਇਹ ਪਿੰਡਾਂ ਦੇ ਵਿੱਚ ਜ਼ਿਆਦਾ ਰਹਿੰਦੇ ਨੇ, ਤੇ ਜ਼ਿਆਦਾ ਵੋਟਾਂ ਵੀ ਜਿਹੜੀਆਂ ਸਾਡੀਆਂ ਉਹ ਪਿੰਡਾਂ ਚੋਂ ਆਉਂਦੀਆਂ ਨੇ। ਇਹ ਵੀ ਕਾਰਨ ਜਿਹੜਾ ਹੈ। ਬਿਲਕੁਲ ਸਰ, ਦੇਖੋ ਵੋਟਾਂ ਦੇ ਨੇੜੇ ਜਾ ਕੇ ਹਰ ਇੱਕ ਪਾਰਟੀ ਨੇ ਕੋਸ਼ਿਸ਼ ਕਰਨੀ ਹੈ ਕਿਸੇ ਨਾ ਕਿਸੇ ਢੰਗ ਨਾਲ ਵੋਟਰਾਂ ਨੂੰ ਰੁਝਾਉਣ ਦੀ। ਜੀ ਬਿਲਕੁਲ। ਤਾਂ ਉਹ ਚਾਹੇ ਉਹਨਾਂ ਨੂੰ ਕੋਈ ਪੱਤਾ ਕਾਰਡ ਖੇਡਣਾ ਪਵੇ, ਚਾਹੇ ਕਿਸੇ ਨਾਲ ਗੱਠਜੋੜ ਕਰਨਾ ਪਵੇ, ਬਟ ਮੈਂ ਬੇਸਿਕਲੀ ਇਹ ਮੰਨਦਾ, ਦੇਖੋ ਹਰ ਇੱਕ ਬੰਦੇ ਦੀ ਆਪਣੀ ਸੋਚ ਹੁੰਦੀ ਹੈ ਕਿ ਉਹਨਾਂ ਨੂੰ 20 ਸੀਟਾਂ ਦੇ ਦੇਣੀਆਂ, ਉਹਨਾਂ ਨੂੰ ਅੱਗੇ ਲੈ ਕੇ ਆਉਣਾ, ਉਹਨਾਂ ਨੂੰ ਡਿਪਟੀ ਸੀਐਮ ਦਾ ਅਹੁਦਾ ਦੇਣਾ, ਉਹ ਇੱਕ ਚੰਗੀ ਗੱਲ ਹੈ। ਦਲਿਤ ਸਮਾਜ ਨੂੰ ਚਾਹੇ ਕੋਈ ਵੀ ਪਾਰਟੀ ਅੱਗੇ ਲਿਆਉਣਾ ਚਾਹੁੰਦੀ ਹੈ ਜਾਂ ਉਹਨਾਂ ਦੀ ਸਪੋਰਟ ਕਰਦੀ ਹੈ, ਉਹ ਚੰਗੀ ਗੱਲ ਆ। ਆਪਾਂ ਇੱਕ ਚੰਗੇ ਕੰਮ ਨੂੰ ਚੰਗਾ ਹੀ ਕਵਾਂਗੇ, ਚਾਹੇ ਉਹ ਭਾਜਪਾ ਕਰ ਲੇ, ਚਾਹੇ ਕਾਂਗਰਸ ਕਰ ਲੇ, ਚਾਹੇ ਆਮ ਆਦਮੀ ਪਾਰਟੀ ਕਰ ਲੇ। ਜੀ ਬਿਲਕੁਲ। ਪਰ ਇੱਕ ਗੱਲ ਜਿਹੜੀ ਤੁਸੀਂ ਦਲਿਤਾਂ ਦੀ ਕੀਤੀ ਪਿਛਲੇ, ਹੁਣ ਜੇ ਅਸੀਂ ਪੰਜਾਬ ਦੇ ਵਿੱਚ ਥੋੜੀ ਜਿਹੀ ਨਿਗਾਹ ਮਾਰੀਏ ਨਾ, ਇਹ ਜਿਹੜੇ ਸਾਡੇ ਸਫਾਈ ਸੇਵਕ ਨੇ, ਤੇ ਟਿੱਪਰ ਚਲਾਉਂਦੇ ਨੇ, ਬਾਥਰੂਮ ਦੇ ਵਿੱਚ ਉਹ ਸੰਭਾਲਦੇ ਨੇ, ਟਾਇਲਟ ਜਿਹੜੇ ਸ਼ਹਿਰਾਂ ਦੇ ਵਿੱਚ ਨੇ, ਉਹ ਬੜੇ ਲੋਕ ਕੱਚੇ ਲੋਕ ਨੇ, ਉਹ ਸ਼ੁਰੂ ਤੋਂ, ਕਿਉਂਕਿ ਉਹ ਪਰਮਾਨੈਂਟ ਲੋਕ ਨੇ ਜਿਨ੍ਹਾਂ ਨੇ ਕੰਮ ਹੀ ਉਹ ਕਰਨਾ। ਉਹਨਾਂ ਲੋਕਾਂ ਨੂੰ ਓਵਰਆਲ ਪੰਜਾਬ ਦੀ ਜੇ ਮੈਂ ਗੱਲ ਕਰਾਂ ਤਾਂ ਸਾਰੇ ਪੰਜਾਬ ਦੇ ਵਿੱਚ ਉਹਨਾਂ ਨੂੰ ਪੱਕਿਆ ਨਹੀਂ ਕੀਤਾ ਜਾ ਰਿਹਾ, ਉਹਨਾਂ ਨੂੰ ਠੇਕੇਦਾਰਾਂ ਦੇ ਥਰੂ ਰੱਖਿਆ ਜਾਂਦਾ, ਤੇ ਠੇਕੇਦਾਰ ਫਿਰ ਉਹਨਾਂ ਨੂੰ ਆਪਣਾ ਕਮਿਸ਼ਨ ਕੱਟ ਕੇ ਜਿਹੜੇ ਪੈਸੇ ਦਿੰਦੇ ਨੇ, ਤੇ ਉਹਨਾਂ ਨਾਲ ਵੀ ਕਿਤੇ ਨਾ ਕਿਤੇ ਇਹ ਜਿਹੜਾ ਆ ਇਨਸਾਨੀਅਤ ਜਿਹੜੀ ਉਹ ਪ੍ਰੋਪਰ ਨਹੀਂ ਹੋ ਰਹੀ, ਘਾਣ ਹੋ ਰਿਹਾ ਉਹਨਾਂ ਦਾ। ਸਰ 20 ਸੀਟਾਂ ਦਿੱਤੀਆਂ ਨੇ ਅਕਾਲੀ ਦਲ ਨੇ ਜੀ, 20 ਬੰਦੇ ਉਹਨਾਂ ਦੇ ਜਿੱਤ ਜਾਂਦੇ ਆ ਜੀ, 20 ਦੇ 20 ਉਹਨਾਂ ਦੀ ਆਵਾਜ਼ ਚੁੱਕਣਗੇ। ਉੱਥੇ ਉਹਨਾਂ ਦੀ ਜਿਹੜੀ ਡਿਮਾਂਡ ਹੈ ਉਹ ਹੋਰ ਜ਼ਿਆਦਾ ਮਜ਼ਬੂਤ ਹੋ ਜਾਏਗੀ, ਉਹਨਾਂ ਦੀ ਗੱਲ ਜ਼ਿਆਦਾ ਸੁਣੀ ਜਾਏਗੀ। ਬਿਲਕੁਲ। ਮੈਂ ਉਹੀ ਕਹਿ ਰਿਹਾ ਕਿ ਇਹਦਾ ਹਰ ਇੱਕ ਦਲਿਤ, ਚਾਹੇ ਉਹ ਵਰਕਰ ਹੈ, ਚਾਹੇ ਉਹ ਨੌਨ ਵਰਕਰ ਹੈ, ਚਾਹੇ ਉਹ ਕੱਚਾ ਹੈ, ਚਾਹੇ ਪੱਕਾ ਹੈ, ਹਰ ਇੱਕ ਨੂੰ ਹੀ ਬੈਨੀਫਿਟ ਹੋਣਾ ਹੈ। ਦੇਖੋ, ਤੁਸੀਂ ਕਿਸੇ ਵੀ ਸਮਾਜ ਦੇ ਬੰਦੇ ਨੂੰ ਐਜ਼ ਏ ਰਿਪਰੈਜ਼ੈਂਟੇਟਿਵ ਅੱਗੇ ਲੈ ਕੇ ਆਓਗੇ, ਉਹਨੂੰ ਡਿਪਟੀ ਸੀਐਮ ਦਾ ਅਹੁਦਾ ਦਿਓਗੇ, ਤਾਂ ਨੈਚੁਰਲੀ ਉਹ ਆਪਦੇ ਬੰਦਿਆਂ ਦੀ, ਆਪਦੀ ਕਮਿਊਨਿਟੀ ਦੀ, ਜਿਨ੍ਹਾਂ ਨੇ ਉਹਨੂੰ ਜਿਤਾ ਕੇ ਭੇਜਿਆ, ਇਸ ਅਹੁਦੇ ਤੱਕ ਪਹੁੰਚਾਇਆ, ਉਹਨਾਂ ਦੇ ਹੱਕਾਂ ਦੀ ਗੱਲ ਤਾਂ ਉਹ ਕਰੇਗਾ ਹੀ ਕਰੇਗਾ। ਹਾਂ, ਉਹ ਇਹਨਾਂ ਨੇ ਜਿਹੜੀ ਗੱਲ ਕੀਤੀ ਵੀ ਜਿਨ੍ਹਾਂ ਲੋਕਾਂ ਨੇ ਇਹਨਾਂ ਨੂੰ ਜਿਤਾਇਆ ਉਹਨਾਂ ਦੇ ਹੱਕਾਂ ਦੀ ਗੱਲ ਜ਼ਰੂਰ ਕਰੇਗਾ। ਉਹ ਭਾਵੇਂ ਹੋ ਸਕਦਾ ਵੀ ਕੋਈ ਵੀ ਪਾਰਟੀ ਦਾ, ਜੇ ਮੈਂ ਗੱਲ ਕਰਾਂ ਤਾਂ ਭਾਵੇਂ ਉਹ ਅਕਾਲੀ ਦਲ ਹੋਵੇ, ਕਾਂਗਰਸ ਹੋਵੇ, ਬੀਐਸਪੀ ਹੋਵੇ, ਜਾਂ ਕੋਈ ਵੀ ਪਾਰਟੀ ਦਾ ਜਦੋਂ ਬੰਦਾ ਜਿੱਤ ਜਾਂਦਾ ਤਾਂ ਸ਼ਾਇਦ ਉਹ ਇਹਨਾਂ ਗੱਲਾਂ ਨੂੰ ਭੁੱਲ ਵੀ ਜਾਂਦਾ ਨੇਤਾ ਬਣਨ ਤੋਂ ਬਾਅਦ, ਕਿ ਇਹਨਾਂ ਲੋਕਾਂ ਨੇ ਮੈਨੂੰ ਜਿਤਾਇਆ ਸੀ ਤੇ ਇਹਨਾਂ ਲੋਕਾਂ ਬਾਰੇ ਮੈਂ ਸੋਚਣਾ। ਪਰ ਅਸੀਂ ਤਾਂ ਇਹੀ ਗੱਲ ਵੀ ਇਸ ਦੇ ਉੱਤੇ ਚਰਚਾ ਕਰ ਰਹੇ ਹਾਂ, ਪਰ ਗੱਲ ਆਪਾਂ ਇਹ ਕੀਤੀ ਸੀ ਵੀ ਹੁਣ ਜਿਹੜਾ ਹੈ ਕਿਸਾਨ ਮੋਰਚਾ ਬਹੁਤ ਦੇਰ ਹੋ ਗਈ ਬ੍ਰਦਰ, ਕਿਸਾਨ ਮੋਰਚਾ ਚੱਲਦਾ ਆ ਰਿਹਾ। ਬੜੇ ਸਾਡੇ ਉੱਥੇ ਸ਼ਹੀਦ, ਜਿਨ੍ਹਾਂ ਨੂੰ ਕਹਿ ਦਿੰਦੇ ਨੇ, ਇਹ ਲੋਕ ਕਹਿ ਦਿੰਦੇ ਕਿਸਾਨ ਭਰਾ ਸਾਡੇ ਘਰਾਂ ਤੋਂ ਬਾਹਰ ਬੈਠੇ ਨੇ, ਧੁੱਪਾਂ ਦੇ ਵਿੱਚ ਬੈਠੇ ਨੇ। ਹੁਣ ਕਿਸ ਪੋਜੀਸ਼ਨ ਦੇ ਵਿੱਚ ਉਹ ਹੈ ਕਿਸਾਨ ਮੋਰਚਾ? ਸਰ 400 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਨੇ ਜੀ। ਅਲਟੀਮੇਟਲੀ ਹੱਲ ਕੀ ਹੋਣਾ? 1947 ਤੋਂ ਲੈ ਕੇ 2021 13 ਜੂਨ ਅੱਜ ਦੀ ਤਰੀਕ ਤੱਕ 73 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਆਪਣੀ ਆਜ਼ਾਦੀ ਨੂੰ। ਉਹਨਾਂ 73 ਸਾਲਾਂ 'ਚ ਕਿਸਾਨੀ ਨੇ ਕੀ ਪਾਇਆ ਤੇ ਕੀ ਗਵਾਇਆ? ਜੀ। ਇੱਕ ਟਾਈਮ ਕਣਕ ਦਾ ਭਾਅ ਸੋਨੇ ਦੇ ਭਾਅ ਦੇ ਬਰਾਬਰ ਹੁੰਦਾ ਸੀ। ਬਿਲਕੁਲ। ਅੱਜ ਕਿਸਾਨੀ ਕਿੱਥੇ ਪਹੁੰਚ ਗਈ? ਇਹਦਾ ਦੇਖੋ ਇੱਕ ਹੱਲ ਇਹ ਵੀ ਹੋ ਸਕਦਾ ਹੈ, ਜੇ ਅੰਨਾ ਹਜ਼ਾਰੇ ਜੀ ਅੰਦੋਲਨ ਕਰਕੇ ਇੱਕ ਪਾਰਟੀ ਵਿੱਚੋਂ ਨਿਕਲ ਸਕਦੀ ਹੈ, ਆਮ ਆਦਮੀ ਪਾਰਟੀ ਕੇਜਰੀਵਾਲ ਜੀ ਬਣਾ ਸਕਦੇ ਆ, ਤਾਂ ਕਿਸਾਨ 25-30 ਲੱਖ ਤਾਂ ਸ਼ੰਭੂ ਮੋਰਚੇ, ਸਿੰਘੂ ਮੋਰਚੇ ਤੇ ਬੈਠੇ ਨੇ, ਔਰ ਕਿੰਨੀ ਖੇਤੀਯੋਗ ਆਪਣੇ ਪੂਰੇ ਹਿੰਦੁਸਤਾਨ ਦੇ ਵਿੱਚ ਜ਼ਮੀਨ, ਔਰ ਕਿੰਨੇ ਕਿਸਾਨ ਨੇ ਕਰੋੜਾਂ ਦੇ ਵਿੱਚ ਨੇ। ਤੁਸੀਂ ਇਸ ਤੋਂ ਵੀ ਅੱਗੇ ਵਧਦੇ ਹੋਏ ਤੁਸੀਂ ਇਹ ਦੇਖ ਲਿਆ 73 ਸਾਲਾਂ 'ਚ ਖੇਤੀ ਦਾ ਹਾਲ ਕੀ ਹੋਇਆ। ਕਿਉਂ ਨਹੀਂ ਤੁਸੀਂ ਇੱਕ ਕਿਸਾਨ ਆਪਦੀ ਪਾਰਟੀ ਬਣਾਉਂਦੇ? ਤੁਹਾਡੇ ਕੋਲੇ ਕਰੋੜਾਂ ਵੋਟਾਂ ਨੇ, ਹਰ ਇੱਕ ਪਿੰਡ 'ਚ, ਹਰ ਇੱਕ ਘਰ 'ਚ ਕਿਸਾਨ ਬੈਠੇ ਨੇ, ਔਰ ਤੁਹਾਨੂੰ ਉਹਦੇ ਵਿੱਚ ਤੁਹਾਡੇ ਨੁਮਾਇੰਦੇ ਡਾਇਰੈਕਟ, ਜੇ ਤੁਹਾਨੂੰ ਉਹ ਮਿਲਣ ਜਿਹੜੇ ਕਿ MP MLA ਹੋਣ ਔਰ ਕਿਸਾਨ ਹੋਣ, ਤੁਹਾਡੀ ਗੱਲ ਰੱਖ ਸਕਣ, ਇੱਕ ਕੋਸ਼ਿਸ਼ ਕਰਨ ਦੇ ਵਿੱਚ ਕੋਈ ਹਰਜ ਨਹੀਂ ਹੈ। ਕਿਸਾਨ ਤਾਂ ਕਿਸਾਨ ਨੂੰ ਵੋਟ ਪਾਏਗਾ, ਔਰ ਹਿੰਦੁਸਤਾਨ ਦੇ ਵਿੱਚ ਕਿੰਨੇ ਜ਼ਿਆਦਾ ਕਿਸਾਨ ਨੇ, ਔਰ ਖਾਸ ਕਰਕੇ ਪੰਜਾਬ ਤਾਂ ਇੱਕ ਖੇਤੀ ਪ੍ਰਧਾਨ ਸੂਬਾ ਹੈ ਜਿਹਦੇ 'ਚ ਕਿਸਾਨ ਹੀ ਕਿਸਾਨ ਨੇ। ਹੁਣ ਇੱਕ ਆਪਾਂ ਕਹਿ ਦਿੰਦੇ ਹਾਂ ਵੀ 117 ਚੰਗੇ ਬੰਦੇ ਲੱਭ ਲਓ, ਉਹਨਾਂ ਨੂੰ ਜਿਤਾ ਲਓ। 117 ਚੰਗੇ ਬੰਦੇ ਲੱਭਣੇ ਔਖੇ ਵੀ ਹੋ ਸਕਦੇ ਆ, ਸੌਖੇ ਵੀ ਹੋ ਸਕਦੇ ਆ, ਪਰ ਕਿਸਾਨ ਲੱਭਣੇ ਤਾਂ ਕੋਈ ਔਖੇ ਨਹੀਂ।
ਬਿਲਕੁਲ ਕਿਸਾਨ ਤਾਂ ਹਰ ਥਾਂ ਤੇ ਨੇ, ਤਾਂ ਉਹਨਾਂ ਦਾ ਮੈਨੀਫੈਸਟੋ ਇਦਾਂ ਦਾ ਹੋ ਸਕਦਾ ਹੈ। ਉਹਨਾਂ ਨੂੰ ਇੱਕ ਕੋਸ਼ਿਸ਼ ਕਰ ਲੈਣੀ ਚਾਹੀਦੀ ਹੈ ਇਹਦੇ ਵਿੱਚ ਕਿ ਆਪਦੇ ਭਰਾ ਤੁਸੀਂ ਇੰਨੇ ਜ਼ਿਆਦਾ ਉੱਥੇ ਸ਼ਹੀਦ ਹੋ ਰਹੇ ਨੇ, ਇੰਨਾ ਜ਼ਿਆਦਾ 73 ਸਾਲਾਂ ਦੇ ਵਿੱਚ ਕਿਸਾਨਾਂ ਦਾ ਕਾਣ ਹੋਇਆ, ਇੰਨਾ ਜ਼ਿਆਦਾ ਸੁਸਾਈਡ ਹੋਇਆ, ਇੰਨਾ ਜ਼ਿਆਦਾ ਲੋਕ ਵਿਦੇਸ਼ ਛੱਡ ਕੇ ਖੇਤੀਆਂ ਜ਼ਮੀਨਾਂ ਛੱਡ ਕੇ ਚਲੇ ਗਏ ਨੇ। ਉਹਦੀ ਬਜਾਏ ਤੁਸੀਂ ਇਹ ਵੀ ਇੱਕ ਕੋਸ਼ਿਸ਼ ਕਰਕੇ ਦੇਖ ਲਓ ਕਿ ਆਪਦੀ ਇੱਕ ਕਿਸਾਨ ਏਕਤਾ ਜਾਂ ਕਿਸਾਨ ਪਾਰਟੀ ਬਣਾ ਲਓ, ਜਿਹਦੇ ਵਿੱਚ ਤੁਹਾਡੇ ਨਾਲ ਸਿਰਫ ਤੇ ਸਿਰਫ ਕਿਸਾਨ ਹੋਣ, ਪਾਰਟੀ ਦੇ ਨੁਮਾਇੰਦੇ ਵੀ ਕਿਸਾਨ ਹੋਣ, ਔਰ ਤੁਹਾਨੂੰ ਉਹਦੇ ਵਿੱਚ ਸਕਸੈਸ ਮਿਲਣ ਦੇ ਕਾਫੀ ਚਾਂਸਸ ਹੈ। ਇਹ ਮੇਰਾ ਪਰਸਨਲ ਪੁਆਇੰਟ ਆਫ ਵਿਊ ਹੈ, ਔਰ ਇਸ ਬਾਕੀ ਤੁਸੀਂ ਸਭ ਜ਼ਿਆਦਾ ਇਸ ਤੇ ਸਮਝ ਰੱਖਦੇ ਹੋ। ਬਿਲਕੁਲ ਬ੍ਰਦਰ, ਦੇਖੋ ਪਿਛਲੇ ਦਿਨੀ ਆਪਾਂ ਇਹ ਸੁਣਿਆ ਵੀ ਸੀਗਾ ਵੀ ਉੜਦੀ ਹਵਾ ਵੀ ਸੀ ਵੀ ਕਿਸਾਨ ਜਿਹੜੇ ਉਹ ਚਾਹੁੰਦੇ ਆ ਵੀ ਅਸੀਂ ਆਪਣੀ ਇੱਕ ਪਾਰਟੀ ਬਣਾਈਏ, ਪਰ ਜਦੋਂ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਟਕੈਤ ਸਾਹਿਬ ਨੇ ਉਹਨਾਂ ਦੇ ਹੰਝੂ ਵਗੇ, ਕਿਉਂਕਿ ਉਦੋਂ ਪਹਿਲਾਂ ਕਹਿੰਦੇ ਨੇ ਵੀ ਸਾਰਾ ਮੇਲਾ ਉਜੜ ਗਿਆ ਸੀਗਾ, ਪਰ ਉਹਨਾਂ ਦੇ ਹੰਝੂਆਂ ਨੇ ਉਹਨੂੰ ਫਿਰ ਸਾਰਾ ਇਕੱਠਾ ਕਰਕੇ ਇੱਕ ਜਾਨ ਜਿਹੜੀ ਹੈ ਅੰਦੋਲਨ ਦੇ ਵਿੱਚ ਫਿਰ ਭਰਤੀ। ਤਾਂ ਉਦੋਂ ਬਾਅਦ ਫਿਰ ਜਿਹੜੀ ਹੈ ਉਹ ਇੱਕ ਉਮੀਦ ਜਾਗੀ ਕਿ ਇਹ ਜਿਹੜਾ ਅੰਦੋਲਨ ਹੈ ਇਹ ਫਿਰ ਆਪਣਾ ਉਹੀ ਵਿਰਾਟ ਰੂਪ ਲਏਗਾ ਤੇ ਇਹਦੇ ਚੋਂ ਕਿਸਾਨ ਪਾਰਟੀ ਸ਼ਾਇਦ। ਤੁਸੀਂ ਇਸ ਅੰਦੋਲਨ ਨੂੰ ਜਾਂ ਟਕੈਤ ਸਾਹਿਬ ਨੂੰ ਇੱਥੋਂ ਤੱਕ ਨਾ ਸੀਮਿਤ ਰੱਖੋ 3 ਕਾਲੇ ਕਾਨੂੰਨਾਂ ਤੱਕ ਜੀ। ਇਹ ਅੱਜ ਕੋਈ ਹੋਰ ਸਰਕਾਰ ਆ, ਕੱਲ ਨੂੰ ਬਦਲ ਜੇਗੀ, 4 ਸਾਲਾਂ ਨੂੰ 5 ਸਾਲਾਂ ਨੂੰ ਫੇਰ ਬਦਲ ਜੇਗੀ। ਤੁਹਾਡੇ ਕਿਸਾਨਾਂ ਦੇ ਜੋ ਵੀ ਤੁਹਾਨੂੰ ਅੱਗੇ ਰਿਪਰੈਜ਼ੈਂਟ ਕਰਦੇ ਆ, ਉਹ ਹਰ ਥਾਂ ਤੇ ਹੋਣੇ ਜ਼ਰੂਰੀ ਨੇ, ਉਹਨਾਂ ਨੂੰ ਤੁਹਾਨੂੰ ਅੱਗੇ ਲਿਆਉਣਾ ਪਏਗਾ। ਬਿਲਕੁਲ। ਤਾਂ ਕਿ ਕੱਲ ਨੂੰ ਕੋਈ ਹੋਰ ਕਾਨੂੰਨ ਬਣ ਸਕਦਾ ਹੈ, ਕੋਈ ਹੋਰ ਸਰਕਾਰ ਆ ਸਕਦੀ ਹੈ, ਕੋਈ ਹੋਰ ਪੁੱਠਾ ਸਿੱਧਾ ਕਾਨੂੰਨ ਲਿਆਏਗੀ। ਤਾਂ ਤੁਸੀਂ ਪਿਛਲੇ 73 ਸਾਲਾਂ ਚੋਂ ਦੇਖ ਲਿਆ ਕਿ ਲੋਕਾਂ ਨੇ ਤੁਹਾਡਾ ਕੀ ਹਸ਼ਰ ਕੀਤਾ। ਤੁਸੀਂ ਆਪਦੀ ਚੀਜ਼ ਨੂੰ ਆਪ ਸੰਭਾਲੋ, ਆਪਦੀ ਇੱਕ ਪਾਰਟੀ ਬਣਾਓ, ਉਹਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਮੇਰੇ ਹਿਸਾਬ ਨਾਲ ਹੁਲਾਰਾ ਮਿਲੇਗਾ। ਬਿਲਕੁਲ, ਦੇਖੋ ਗੱਲ ਇਹ ਹੈ ਕਿ ਆਪਸ਼ਨਸ ਜਦੋਂ ਨਹੀਂ ਹੁੰਦੀਆਂ, ਅਸੀਂ ਆਪ ਲੋਕ ਸਾਰੇ ਜਿੰਨੇ ਕੋ ਅਸੀਂ ਜਦੋਂ ਵਿਚਰਦੇ ਹਾਂ, ਗੱਲਾਂ ਚੱਲਦੀਆਂ, ਠੀਕ ਹੈ ਹੁਣ ਇਲੈਕਸ਼ਨ ਆ ਰਿਹਾ ਜੀ, ਇਲੈਕਸ਼ਨ ਦੇ ਵਿੱਚ ਕੀ ਹੋਏਗਾ, ਤਾਂ 2 ਪਾਰਟੀਆਂ ਮੇਨ ਜਿਨ੍ਹਾਂ ਨੂੰ ਹਮੇਸ਼ਾ ਬੰਦਾ ਕੀ ਕਹਿੰਦਾ, ਅੱਛਾ ਐਤਕੀ ਆਹ ਪਾਰਟੀ ਹੈ, ਅਗਲੀ ਵਾਰੀ ਆਹ ਪਾਰਟੀ ਆ ਜਾਣੀ ਹੈ। ਸਾਨੂੰ ਪਤਾ ਹੁੰਦਾ ਕਿਉਂਕਿ ਸਾਡੇ ਕੋਲ ਹੋਰ ਕੋਈ ਆਪਸ਼ਨ ਨਹੀਂ, ਤੇ ਜਦੋਂ ਆਪਸ਼ਨਸ ਹੁੰਦੀਆਂ ਨੇ ਫਿਰ ਕਾਫੀ ਫਾਇਦੇ ਹੁੰਦੇ ਆ। ਕਿਸੇ ਵੀ ਬਾਜ਼ਾਰ ਦੇ ਵਿੱਚ ਜਦੋਂ ਅਸੀਂ ਕਿਤੇ ਦੇਖਦੇ ਹਾਂ ਵੀ ਇੱਕੋ ਟਾਈਪ ਦੀਆਂ ਦੁਕਾਨਾਂ, ਜੇ ਕੱਪੜਿਆਂ ਦੀ ਦੁਕਾਨ ਦੀ ਆਪਾਂ ਗੱਲ ਕਰ ਲਈਏ, ਜਦੋਂ ਬਾਜ਼ਾਰ ਦੇ ਵਿੱਚ ਜਾਂਦੇ ਹਾਂ ਤਾਂ ਜ਼ਿਆਦਾ ਕੱਪੜਿਆਂ ਦੀਆਂ ਦੁਕਾਨਾਂ ਹੁੰਦੀਆਂ, ਤਾਂ ਅਸੀਂ ਚੂਜ਼ ਕਰਦੇ ਹਾਂ ਵੀ ਕਿਹੜਾ ਕੱਪੜਾ ਅਸੀਂ ਕਿੱਥੋਂ ਲੈਣਾ। ਤੇ ਜਦੋਂ ਸਾਨੂੰ ਪਤਾ ਵੀ ਦੁਕਾਨਾਂ ਹੀ 2 ਨੇ, ਤਾਂ ਜੋ ਸਾਨੂੰ ਉਹਦੇ ਤੋਂ ਮਿਲਣਾ ਅਸੀਂ ਉਹਦੇ ਤੋਂ ਲੈ ਲੈਣਾ। ਕਦੀ ਸਾਨੂੰ ਉਸ ਦੁਕਾਨਦਾਰ ਦੀ ਗੱਲ ਚੰਗੀ ਲੱਗਣੀ, ਕਦੀ ਉਸ ਦੀ। ਸੋ ਇਸ ਕਰਕੇ ਆਪਸ਼ਨਸ ਜਿਹੜੀਆਂ ਜ਼ਿਆਦਾ ਹੋਣੀਆਂ ਚਾਹੀਦੀਆਂ। ਸਰ, ਕੰਪੀਟੀਸ਼ਨ ਹਮੇਸ਼ਾ ਹੀ ਕੁਆਲਿਟੀ ਨੂੰ ਇੰਪਰੂਵ ਕਰਦਾ ਹੈ। ਪਹਿਲਾਂ ਸਿਰਫ ਕਾਂਗਰਸ ਤੇ ਅਕਾਲੀ ਦਲ ਸੀ, ਜੀ ਬਿਲਕੁਲ, ਫਿਰ ਆਮ ਆਦਮੀ ਪਾਰਟੀ ਵੀ ਆ ਗਈ, ਹੁਣ ਭਾਜਪਾ ਵੀ ਅੱਡ ਲੜੇਗੀ। ਤਾਂ ਕੰਪੀਟੀਸ਼ਨ ਵੱਧ ਰਿਹਾ ਹੈ, ਕੁਆਲਿਟੀ, ਲੋਕਾਂ ਵਾਸਤੇ ਫੈਸਿਲਿਟੀਜ਼ ਇੰਪਰੂਵਮੈਂਟ ਹੀ ਹੋਏਗੀ। ਜੇ ਇਕੱਲੇ ਇੱਕ ਹੀ ਕੱਪੜੇ ਦੀ ਦੁਕਾਨ ਹੋਵੇ, ਜਿਹੜੀ ਗੱਲ ਤੁਸੀਂ ਦੱਸੀ, ਉਸ ਮਾਰਕੀਟ ਦੇ ਵਿੱਚ ਤਾਂ ਉਹ ਜੋ ਮਰਜ਼ੀ ਪਾ ਲਾਏਗਾ, ਮੋਨੋਪੋਲੀ। ਜਦੋਂ ਉਹਨੂੰ ਪਤਾ ਲੱਗ ਗਿਆ ਵੀ ਮੇਰੇ ਨਾਲ ਦੇ ਹੋਰ ਕੱਪੜੇ ਵਾਲੇ ਬੈਠੇ ਨੇ, ਉਹਨਾਂ ਨੇ ਮੇਰੇ ਤੋਂ ਵੱਧ ਫੈਸਿਲਿਟੀਜ਼ ਜਾਂ ਘੱਟ ਰੇਟ ਦੇਣਾ, ਤਾਂ ਕੰਪੀਟੀਸ਼ਨ 'ਚ ਗਾਹਕਾਂ ਵਾਸਤੇ ਸਹੂਲਤਾਂ ਵੱਧ ਜਾਂਦੀਆਂ ਨੇ। ਬਿਲਕੁਲ, ਜਦੋਂ ਉਹੀ ਗੱਲ ਹੁੰਦੀ ਕਿ ਆਪਸ਼ਨ ਘੱਟ ਹੁੰਦੀਆਂ ਨੇ ਤਾਂ ਫਿਰ ਬੰਦਾ ਸੋਚਦਾ ਵੀ ਅਸੀਂ ਕੀ ਕਰੀਏ। ਫਿਰ ਕਈ ਵਾਰੀ ਕੁਰਾਹੇ ਵੀ ਕੁਝ ਲੋਕ ਜਿਹੜੇ ਪੈ ਜਾਂਦੇ ਨੇ, ਕਈ ਵਾਰੀ ਸਰਕਮਚਾਂਸਿਸ ਇਸ ਤਰ੍ਹਾਂ ਦੇ ਬਣਦੇ ਆ ਕਿ ਇਹ ਬੰਦਾ ਆਪਣੀ ਪਟੜੀ ਤੋਂ ਉਤਰ ਜਾਂਦਾ। ਜਾਂ ਪਿਛਲੇ ਦਿਨਾਂ ਦੀ ਆਪਾਂ ਗੱਲ ਕਰਦੇ ਹਾਂ ਜੈਪਾਲ ਭੁੱਲਰ ਹੋਣ ਦੇ ਮਸਲੇ ਦੇ ਵਿੱਚ, ਹੁਣ ਤੁਸੀਂ ਦੇਖੋ ਉਹਨਾਂ ਨੇ ਇਹਦੇ 'ਚ ਹੈਡਿੰਗ ਦਿੱਤੀ ਹੈ ਜੀ, ਜੈਪਾਲ ਭੁੱਲਰ ਮਾਮਲੇ 'ਚ ਇੱਕ ਹੋਰ ਵਿਅਕਤੀ ਗ੍ਰਿਫਤਾਰ। ਨੌਜਵਾਨ ਬੱਚੇ, ਨੌਜਵਾਨੀ ਸੀ ਇਹ ਮੁੰਡਾ, ਇਹਦੇ ਫਾਦਰ ਸਾਹਿਬ ਪੁਲਿਸ ਦੇ ਵਿੱਚ ਸੀਗੇ। ਕੀ ਇਹਨੂੰ ਪਰਵਰਿਸ਼ ਇਹਦੀ ਇਦਾਂ ਦੀ ਨਹੀਂ ਸੀ ਹੋਈ ਚੱਜ ਦੀ, ਜਾਂ ਇਹਦਾ ਜਿਹੜੇ ਆਲਾ ਦੁਆਲਾ ਕੁਝ ਇਸ ਤਰ੍ਹਾਂ ਦਾ ਸੀ, ਜਾਂ ਇਹ ਸਰਕਾਰਾਂ ਨੇ ਇਹਨਾਂ ਨੌਜਵਾਨਾਂ ਲਈ ਕੁਝ ਨਹੀਂ ਕੀਤਾ, ਕੀ ਮਸਲੇ ਨੇ? ਸਰ ਦੇਖੋ, ਜਿੰਨੇ ਵੀ ਆਪਣੀ ਫੋਰਸਿਸ ਲੱਗੀਆਂ ਹੋਈਆਂ ਨੇ, ਜਾਂ ਜਿੰਨੇ ਵੀ ਆਪਣੇ ਜੋ ਵੀ ਏਜੰਸੀਜ਼ ਲੱਗੀਆਂ ਹੋਈਆਂ ਨੇ, ਉਹ ਕ੍ਰਿਮੀਨਲਾਂ ਨੂੰ ਖਤਮ ਕਰ ਰਹੀਆਂ ਨੇ। ਆਪਾਂ ਕ੍ਰਾਈਮ ਨੂੰ ਖਤਮ ਕਰਨਾ ਹੈ। ਕਦੇ ਵੀ ਕ੍ਰਿਮੀਨਲ ਖਤਮ ਹੋਣ ਦੇ ਨਾਲ ਸੁਸਾਇਟੀ ਦੇ ਵਿੱਚ ਕ੍ਰਾਈਮ ਨਹੀਂ ਖਤਮ ਹੁੰਦਾ। ਬਿਲਕੁਲ, ਕ੍ਰਾਈਮ ਨੂੰ ਖਤਮ ਕਰਨ ਵਾਸਤੇ ਜਿੰਨੀਆਂ ਐਫਰਟਸ ਇਸ ਕੰਮ ਤੇ ਕ੍ਰਿਮੀਨਲਾਂ ਨੂੰ ਖਤਮ ਕਰਨ ਤੇ ਲਾਈਆਂ ਜਾ ਰਹੀਆਂ, ਉਦੋਂ ਅੱਧੀਆਂ ਵੀ ਕ੍ਰਾਈਮ ਨੂੰ ਖਤਮ ਕਰਨ ਵਾਸਤੇ ਲਾਈਆਂ ਜਾਣ ਤਾਂ ਇਹ ਨੌਬਤ ਹੀ ਨਹੀਂ ਆਏਗੀ। ਕਿਉਂਕਿ ਕ੍ਰਾਈਮ ਕੀ ਹੈ, ਬੱਚੇ ਈਜ਼ੀ ਮਨੀ ਦੇਖਦੇ ਆ, ਜੌਬਲੈਸ ਨੇ, ਡਰੱਗਸ ਵੱਲ ਚਲੇ ਜਾਂਦੇ ਨੇ, ਫਿਰ ਇੱਕ ਛੋਟਾ ਕ੍ਰਾਈਮ ਕਰਦੇ ਆ, ਫਿਰ ਹੌਲੀ ਹੌਲੀ ਉਹ ਵੱਡੇ ਕ੍ਰਿਮੀਨਲ ਬਣ ਜਾਂਦੇ ਨੇ। ਤਾਂ ਉਹ ਕ੍ਰਾਈਮ ਦੀ ਦੁਨੀਆ ਵੱਲ ਵੱਧਦੇ ਜਾਂਦੇ ਆ। ਜੇ ਆਪਾਂ ਕ੍ਰਾਈਮ ਤੇ ਠੱਲ ਪਾ ਲਈਏ ਜੀ, ਤਾਂ ਉਹ ਕ੍ਰਿਮੀਨਲ ਤਾਂ ਫਿਰ ਪੈਦਾ ਹੀ ਨਹੀਂ ਹੋਣਗੇ ਨਾ, ਤਾਂ ਆਪਾਂ ਨੂੰ ਉਹ ਨੌਬਤ ਨਹੀਂ ਆਏਗੀ। ਬਿਲਕੁਲ, ਦੇਖੋ ਇਹ ਵਾਕਈ ਗੱਲ ਸੀ ਕਿ ਅਸੀਂ ਕ੍ਰਾਈਮ ਨੂੰ ਠੱਲ ਪਾਉਣੀ ਹੈ, ਨਾ ਕਿ ਕ੍ਰਿਮੀਨਲਸ। ਜਦੋਂ ਤੱਕ ਜੜ੍ਹਾਂ ਜਿਹੜੀਆਂ ਨਹੀਂ ਪੱਟੀਆਂ ਜਾਂਦੀਆਂ,
ਉਦੋਂ ਤੱਕ ਤਾਂ ਦੇਖੋ ਉਸ ਫਿਰ ਬੂਟੇ ਨੂੰ ਫਲ ਲੱਗਦੇ ਰਹਿਣੇ ਆ, ਉਹਦੀਆਂ ਸ਼ਾਖਾਵਾਂ ਨਿਕਲਦੀਆਂ ਰਹਿਣੀਆਂ। ਜਦੋਂ ਤੁਸੀਂ ਕਿਸੇ ਵੀ ਚੀਜ਼ ਦੀ ਜੜ ਪੱਟ ਦਿਓਗੇ, ਉਦੋਂ ਤੁਸੀਂ ਉਸ ਚੀਜ਼ ਨੂੰ ਨਿਜਾਤ ਉਸ ਤੋਂ ਪਾ ਸਕਦੇ ਹੋ। ਆਪਾਂ ਮਾਹੌਲ, ਆਪਾਂ ਸਿਸਟਮ ਇਹੋ ਜਿਹਾ ਬਣਾਉਣਾ ਹੈ ਕਿ ਕ੍ਰਿਮੀਨਲ ਪੈਦਾ ਹੀ ਨਾ ਹੋਣ, ਕ੍ਰਾਈਮ ਨਾ ਹੋਵੇ। ਬਿਲਕੁਲ। ਤੁਸੀਂ ਉੱਪਰੋਂ ਜਾਂ ਜਿਹੜੇ ਕੋਈ ਬਹੁਤ ਜ਼ਿਆਦਾ ਕ੍ਰਾਈਮ ਕਰ ਦਿੰਦਾ ਉਹਨਾਂ ਨੂੰ ਅਸੈਸੀਨੇਟ ਕਰ ਦਿੰਦੇ ਹੋ, ਐਲੀਮੀਨੇਟ ਕਰ ਦਿੰਦੇ ਹੋ। ਉਹਦੇ ਨਾਲ ਜੋ ਕ੍ਰਾਈਮ ਹੈ ਜਾਂ ਸਿਸਟਮ ਬੇਸਿਕਲੀ ਜੜ੍ਹਾਂ ਉਹ ਤਾਂ ਨਹੀਂ ਨਾ ਇੰਪਰੂਵ ਹੋ ਰਹੀਆਂ। ਬਿਲਕੁਲ ਬਿਲਕੁਲ ਜੀ, ਇਹ ਗੱਲ ਇਹੀ ਹੈ ਕਿ ਇਹ ਆਸ ਕਿਹਦੇ ਤੋਂ ਕੀਤੀ ਜਾ ਸਕਦੀ ਹੈ? ਇਹ ਆਸ ਕੀਤੀ ਜਾ ਸਕਦੀ ਹੁੰਦੀ ਹੈ ਸਾਡੀਆਂ ਸਰਕਾਰਾਂ ਤੋਂ, ਕਿ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਉਹ ਜਦੋਂ ਇਸ ਚੀਜ਼ ਨੂੰ ਖਤਮ ਕਰਨਗੀਆਂ, ਹੁਣ ਠੀਕ ਹੈ, ਫਿਰ ਸਾਰਿਆਂ ਦੇ ਜਿਹੜੀ ਨਿਗਾਹ ਹੈ, ਕਿਉਂਕਿ ਹੁਣ ਪੋਲਿਟਿਕਸ ਜਿਹੜੀ ਚੱਲ ਰਹੀ ਹੈ ਉਹ ਹੁਣ ਇੱਕ ਦੂਸਰੇ ਨੂੰ ਆਪਣੇ ਆਪਣੇ ਗਰੁੱਪਾਂ ਦੇ ਵਿੱਚ ਲਿਆਉਣ ਦੀ ਗੱਲ ਕਰ ਰਹੀ ਹੈ। ਪਰ ਜੇ ਅਸੀਂ ਬਠਿੰਡੇ ਦੀ ਵੀ ਗੱਲ ਕਰੀਏ ਤਾਂ ਬਠਿੰਡੇ ਦੇ ਵਿੱਚ ਵੀ ਹੁਣ ਬੜੇ ਜਿਹੜੇ ਅਕਾਲੀ ਨੇ ਉਹ ਕਾਂਗਰਸ 'ਚ ਜਾ ਰਹੇ ਨੇ, ਬੜੇ ਕਾਂਗਰਸੀ ਜਿਹੜੇ ਅਕਾਲੀ 'ਚ ਜਾ ਰਹੇ ਨੇ। ਇਹ ਹੁਣ ਫੇਰ ਬਦਲ ਜਿਹੜੇ ਨੇ ਉਹ ਹੋ ਰਹੇ ਨੇ, ਜਿਹੜੇ ਜਿਹਨੂੰ ਕਹਿ ਲਈ ਵੀ ਡੈਜ਼ਿਗਨੇਸ਼ਨਸ ਦਿੱਤੀਆਂ ਜਾ ਰਹੀਆਂ ਬੰਦਿਆਂ ਨੂੰ, ਆਪਣਿਆਂ ਨੂੰ ਅਗਾਂਹ ਉਹਨਾਂ 'ਚ ਉਤਸ਼ਾਹ ਭਰਿਆ ਜਾ ਰਿਹਾ। ਸਰ ਇਹ ਤਾਂ ਇੱਕ ਕਿਤੇ ਵੀ ਚੋਣਾਂ ਹੋਣ, ਚਾਹੇ ਛੋਟੀਆਂ ਚੋਣਾਂ ਹੋਣ ਚਾਹੇ ਵੱਡੀਆਂ ਚੋਣਾਂ ਹੋਣ, ਵੋਟਾਂ ਦੇ ਨੇੜੇ ਆ ਕੇ ਇਹ ਸਭ ਕੁਝ ਤਾਂ ਹੋਣਾ ਹੀ ਹੈ। ਹਰ ਇੱਕ ਬੰਦੇ ਨੇ ਆਪਦੇ ਪੱਤੇ ਖੇਡਣੇ ਆ, ਹਰ ਇੱਕ ਬੰਦੇ ਨੇ ਕੋਸ਼ਿਸ਼ ਕਰਨੀ ਆ ਵੋਟਰਾਂ ਨੂੰ ਰੁਝਾਉਣ ਦੀ। ਤਾਂ ਪਾਰਟੀਆਂ ਦੀ ਫੇਰ ਬਦਲ ਹੋ ਗਈ, ਤਾਂ ਇਹ ਕੋਈ ਪਹਿਲੀ ਵਾਰੀ ਨਹੀਂ ਹੋ ਰਿਹਾ ਕਿ ਬੰਦੇ ਇੱਧਰਲੀ ਪਾਰਟੀ 'ਚ ਉੱਧਰਲੀ ਪਾਰਟੀ 'ਚ ਚਲੇ ਗਏ। ਲੋਕ ਆਮ ਵੋਟਰ ਵੀ ਬਦਲ ਜਾਂਦੇ ਨੇ। ਮੇਰੀ ਅੱਜ ਤੋਂ 5 ਸਾਲ ਪਹਿਲਾਂ ਸੋਚ ਕੁਝ ਹੋਰ ਹੋ ਸਕਦੀ ਹੈ, ਮੈਂ ਕਿਸੇ ਹੋਰ ਪਾਰਟੀ ਨੂੰ ਵੋਟ ਪਾਈ ਹੋਊਗੀ। ਹੁਣ ਹੋ ਸਕਦਾ ਮੈਂ ਕਿਸੇ ਹੋਰ ਨੂੰ ਜਾ ਕੇ ਪਾ ਦਾਂ। ਤੇ ਜੇ ਵੋਟਰਾਂ ਕੋਲੇ ਹੱਕ ਹੈ ਵੀ ਆਪਾਂ ਆਪਦੀ ਵੋਟ 5 ਸਾਲਾਂ ਬਾਅਦ ਕਿਸੇ ਨੂੰ ਵੀ ਪਾ ਸਕਦੇ ਆ, ਤੇ ਜਿਹੜੇ ਨੁਮਾਇੰਦੇ ਆਪਣੇ ਚੋਣਾਂ ਲੜਦੇ ਆ ਉਹਨਾਂ ਕੋਲੇ ਵੀ ਇਹ ਰਾਈਟ ਹੈ ਵੀ ਉਹਨਾਂ ਨੂੰ ਕਿਸੇ ਪਾਰਟੀ ਦੀ ਨਹੀਂ ਥਿਊਰੀ ਸਹੀ ਲੱਗੀ ਤਾਂ ਉਹ ਦੂਸਰੀ ਪਾਰਟੀ 'ਚ ਚਲੇ ਗਏ। ਬਿਲਕੁਲ, ਇਹ ਹੁੰਦਾ ਹੈ। ਕਈ ਵਾਰੀ ਤਾਂ ਉਹ ਲੋਕ ਕੀ ਹੁੰਦਾ ਕਿ ਪਾਰਟੀਆਂ ਛੱਡ ਕੇ ਉਦੋਂ ਜਾਂਦੇ ਨੇ ਜਦੋਂ ਉਹਨਾਂ ਦੇ ਮਨ ਮੁਤਾਬਕ ਉਹਨਾਂ ਨੂੰ ਪੋਸਟ ਨਹੀਂ ਮਿਲਦੀ। ਉਹਨਾਂ ਨੂੰ ਲੱਗਦਾ ਹੁੰਦਾ ਵੀ ਸਾਨੂੰ ਜਿਹੜਾ ਆ ਡੈਜ਼ਿਗਨੇਸ਼ਨ ਵੱਡੀ ਮਿਲੇ, ਭਾਵੇਂ ਉਹ ਬੰਦਾ ਡਿਜ਼ਰਵ ਕਰਦਾ ਜਾਂ ਨਹੀਂ ਕਰਦਾ। ਅੱਜ ਕੱਲ੍ਹ ਦੀ ਜਿਹੜੀ ਰਾਜਨੀਤੀ, ਮੈਨੂੰ ਇਹ ਲੱਗਦਾ ਉਹਦੇ ਵਿੱਚ ਲੋਕ ਦੇਖਣ ਲੱਗ ਪਏ ਨੇ ਵੀ ਇਹ ਬੰਦਾ ਕੰਮ ਕੀ ਕਰ ਰਿਹਾ। ਵੱਡੀ ਡੈਜ਼ਿਗਨੇਸ਼ਨ ਲੈ ਕੇ ਜ਼ਰੂਰੀ ਨਹੀਂ ਕਿ ਜਿਹੜਾ ਬੰਦਾ ਵੱਡੀ ਡੈਜ਼ਿਗਨੇਸ਼ਨ ਲੈ ਰਿਹਾ ਉਹ ਕੰਮ ਕਰੇਗਾ। ਕੰਮ ਕਰਦੇ ਨੇ ਨਿਚਲੇ ਬੰਦੇ। ਵਾਹ ਵਾਹੀ ਕੌਣ ਲੈਂਦਾ? ਉਤਲੀਆਂ ਪੋਸਟਾਂ ਵਾਲੇ। ਇਹ ਵੀ ਨਹੀਂ ਹੋਣਾ ਚਾਹੀਦਾ। ਜਿਵੇਂ ਹੁਣ ਅਸੀਂ ਇਹ ਗੱਲ ਕਰ ਲਈਏ ਵੀ ਕੋਵਿਡ ਹੈ, ਜਿਹੜਾ ਕੋਵਿਡ ਚੱਲਦਾ ਪਿਆ, ਤੇ ਕੋਵਿਡ ਦੇ ਵਿੱਚ ਦਵਾਈਆਂ ਦੇ ਉਪਕਰਨਾਂ ਤੇ GST ਘਟਾਈ ਗਈ ਹੈ, ਕਈਆਂ ਤੇ ਬਿਲਕੁਲ ਬੰਦ ਹੀ ਕਰ ਦਿੱਤੀ ਹੈ। ਕਈ ਇੰਜੈਕਸ਼ਨ ਜਿਹੜੇ ਹੈ ਨੇ, ਜਿਵੇਂ ਹੁਣ ਇਹ ਸੀਗਾ ਹੁਣ ਟੈਸੀਲੀਜ਼ੂਮੈਬ ਟੀਕੇ ਤੇ ਮਤਲਬ 20 ਉੱਤੇ ਹੋਈ GST ਨਹੀਂ ਲੱਗੇਗੀ। ਪਹਿਲਾਂ 5% ਇਹਦੇ ਤੇ ਹੁੰਦੇ ਸੀਗੇ। ਸਰ ਜੇ ਆਪਾਂ ਦੂਜੇ ਮੁਲਕਾਂ 'ਚ ਬੰਗਲਾਦੇਸ਼, ਸ਼੍ਰੀਲੰਕਾ, ਨੇਪਾਲ ਨੂੰ ਫ੍ਰੀ ਦੇ ਸਕਦੇ ਹਾਂ, ਤਾਂ ਮੈਂ ਤਾਂ ਕਹਿੰਦਾ ਆਪਣੇ ਬੱਚਿਆਂ ਨੂੰ ਫ੍ਰੀ ਮਿਲਣੀ ਚਾਹੀਦੀ ਹੈ। ਜੀ ਬਿਲਕੁਲ। ਤਾਂ ਇੱਥੇ ਤਾਂ GST ਪਹਿਲਾਂ ਹੀ ਨਹੀਂ ਹੋਣਾ ਚਾਹੀਦਾ ਸੀ। ਚਲੋ ਹਟਾਤਾ, ਇੱਕ ਚੰਗਾ ਕੰਮ ਕਰਤਾ, ਬਟ ਇਹ ਇਹੋ ਜਿਹੀ ਮਹਾਮਾਰੀ ਦੇ ਵਿੱਚ GST ਕਮਾ ਕੇ ਜਾਂ ਪੈਸਾ ਕਮਾ ਕੇ ਜਾਂ ਰੈਵਨਿਊ ਇਕੱਠਾ ਕਰਕੇ ਕੀ ਕਰਨਾ? ਇਹ ਲੋਕ ਰਹਿਣਗੇ, ਜਾਨਾਂ ਰਹਿਣਗੀਆਂ ਤਾਂ ਰੈਵਨਿਊ ਵੀ ਆ ਜਾਏਗਾ। ਬਿਲਕੁਲ। ਇਹ ਦੇਖੋ ਇਹਨਾਂ ਨੇ ਨਾ ਜਿਹੜੀ ਹੈਡਲਾਈਨ ਲਾਈ ਹੈ, ਕਹਿੰਦਾ ਰੈਮਡੀਸਿਵਰ, ਆਕਸੀਜਨ ਤੇ ਕੰਸਨਟ੍ਰੇਟਰਾਂ, ਵੈਲੈਂਟਰ ਬਾਈਪੈਂਪ ਮਸ਼ੀਨਾਂ ਤੋਂ ਟੈਕਸ ਦਰ ਘਟਾਈ ਗਈ ਹੈ। ਠੀਕ। ਤੇ ਉਹ ਜਿਹੜਾ ਮੈਂ ਇੰਜੈਕਸ਼ਨ ਦੱਸਿਆ ਸੀਗਾ ਟੋਸੀਲੀਜ਼ੂਮੈਬ ਟੀਕੇ ਤੇ ਐਫੋਸਰੀਨ 20 ਦੇ ਕਈ ਟੈਕਸ ਨਹੀਂ ਲੱਗੇਗਾ। ਇਹ ਪੜ੍ਹਨੇ ਬੜੇ ਔਖੇ ਹੁੰਦੇ ਨੇ, ਲਿਖੇ ਪੰਜਾਬੀ 'ਚ ਨੇ ਪਰ ਹੈ ਇੰਗਲਿਸ਼ ਦੇ ਨਾਮ। ਸਰ ਦੇਖੋ ਇਹਦੇ ਵਿੱਚ ਕੀ ਹੈ ਕਿ ਜਿਹੜੇ ਬੰਦੇ ਦੀ ਜਾਨ ਨੂੰ ਖਤਰਾ ਹੋਇਆ ਪਿਆ ਉਹ ਤੋਂ ਤੁਸੀਂ 500 ਰੁਪਇਆ ਲੈਣਾ ਕਿ 550 ਲੈ ਲਓਗੇ ਜਾਂ 600 ਲੈ ਲਓਗੇ, ਉਹਨੂੰ ਕੀ ਫਰਕ ਪੈਣਾ? ਉਹਨੂੰ ਪਹਿਲਾਂ ਜਾਨ ਬਚਾਉਣ ਦਾ ਨਾ। ਮੇਰੇ ਹਿਸਾਬ ਨਾਲ ਇਹ ਦਵਾਈਆਂ ਇਹੋ ਜਿਹੀ ਸਥਿਤੀ ਦੇ ਵਿੱਚ ਬਹੁਤ ਘੱਟ ਰੇਟ ਤੇ ਜਾਂ ਫ੍ਰੀ ਹੋਣੀਆਂ ਚਾਹੀਦੀਆਂ ਸੀ। ਟੈਕਸ ਦੀ ਗੱਲ ਤਾਂ ਬਹੁਤ ਦੂਰ ਦੀ ਹੈ। ਤਾਂ ਉਸ ਤੋਂ ਬਾਅਦ ਪਹਿਲਾਂ ਆਪਣੇ ਬੰਦੇ ਦੀ ਜਾਨ ਬਚ ਜੇ, ਆਪਣੇ ਬੰਦੇ ਤੰਦਰੁਸਤ ਹੋ ਜਾਣ, ਇਹ ਬਿਮਾਰੀ ਚਲੀ ਜਾਵੇ, ਟੈਕਸ ਹੋਰ ਬਥੇਰੀਆਂ ਚੀਜ਼ਾਂ ਤੋਂ ਇਕੱਠਾ ਕੀਤਾ ਜਾ ਸਕਦਾ। ਬਿਲਕੁਲ ਜੀ। ਦੇਖੋ ਜਾਣਾ ਤਾਂ ਜਹਾਨਾ, ਜੇ ਬੰਦਾ ਜਿੰਦਾ ਤਾਂ ਤੁਸੀਂ ਟੈਕਸ ਬਹੁਤ ਜ਼ਿਆਦਾ ਲੈ ਸਕਦੇ ਹੋ। ਇੱਕ ਦਵਾਈ ਦੇ ਉੱਤੇ ਤੁਸੀਂ ਟੈਕਸ ਲੈ ਕੇ ਖੁਦਾ ਨਾ ਖਾਸਤਾ ਉਹ ਬੰਦਾ ਨਹੀਂ ਬਚਿਆ ਤਾਂ ਤੁਹਾਡੇ ਆਉਣ ਵਾਲੇ ਟੈਕਸ ਆ ਜਿਹੜੇ ਉਹਨੇ ਦੇਣੇ ਆ ਉਹ ਵੀ ਤੁਹਾਡਾ ਨਹੀਂ ਦੇਗਾ। ਸਾਡੇ ਹਿੰਦੁਸਤਾਨ ਦੇ ਵਿੱਚ ਜਿੱਥੋਂ ਤੱਕ ਮੈਨੂੰ ਲੱਗਦਾ ਹੁੰਦਾ ਕਿ ਇਨਸਾਨ ਦੀ ਕੀਮਤ ਜਿਹੜੀ ਹੈ ਕੋਈ ਜ਼ਿਆਦਾ ਨਹੀਂ। ਜੇ ਅਸੀਂ ਬਾਹਰਲੇ ਦੇਸ਼ਾਂ ਦੀ, ਜਿਸ ਤਰ੍ਹਾਂ ਤੁਸੀਂ ਸਰਸਵਤ ਸਾਹਿਬ ਗੱਲ ਕੀਤੀ ਸੀ, ਬਾਹਰਲੇ ਦੇਸ਼ਾਂ ਦੇ ਵਿੱਚ ਇਨਸਾਨ ਦੀ ਵੈਲਿਊ ਬਹੁਤ ਹੈ। ਉੱਥੇ ਕੋਈ ਬੰਦਾ ਬਿਮਾਰ ਹੋ ਗਿਆ, ਕਿਸੇ ਵੀ ਪਾਸੇ ਹੋ ਗਿਆ, ਤਾਂ ਉਹ ਬਾਈ 에ਅਰ ਵੀ ਉਹਨਾਂ ਨੂੰ ਲੈ ਜਾਂਦੇ ਨੇ। ਸਾਰੀ ਸਰਕਾਰ ਉਹਦੇ ਤੇ ਲੱਗ ਜਾਂਦੀ ਵੀ ਇਹ ਬੰਦਾ ਜ਼ਿੰਦਾ ਰਵੇ। ਤੇ ਸਾਡੇ ਇੱਥੇ ਕੀ ਹੁੰਦਾ, ਜੇ ਕੋਈ ਪੇਸ਼ੈਂਟ ਐਂਬੂਲੈਂਸ ਦੇ ਵਿੱਚ ਵੀ ਜਾ ਰਿਹਾ ਤਾਂ ਉਹਨੂੰ ਸਾਡੀ ਟ੍ਰੈਫਿਕ ਰਾਹ ਨਹੀਂ ਦਿੰਦੀ। ਸਰ ਉਹ ਇੰਗਲੈਂਡ ਦੇ ਵਿੱਚ ਇੱਕ 999 ਨੰਬਰ ਚੱਲਦਾ ਸੀ
ਜੀ ਜਦੋਂ ਮੈਂ ਇੰਗਲੈਂਡ 2007 ਦੇ ਵਿੱਚ ਸੀਗਾ। ਉੱਥੇ ਤੁਸੀਂ 999 ਨੰਬਰ ਤੇ ਫੋਨ ਕਰੋ ਤਾਂ ਤੁਹਾਨੂੰ ਅੱਗੋਂ ਕੰਪਿਊਟਰ ਦੀ ਆਵਾਜ਼ ਆਉਂਦੀ ਹੈ, ਹੂੰ ਪੁਲਿਸ ਔਰ ਐਂਬੂਲੈਂਸ। ਹੂੰ ਜਿਹੜੀ ਚੀਜ਼ ਤੁਸੀਂ ਕਹਿਤੀ ਹੂੰ ਉਹ 120 ਸਕਿੰਟਾਂ ਦੇ ਅੰਦਰ ਅੰਦਰ ਉਸ ਲੋਕੇਸ਼ਨ ਤੇ ਤੁਹਾਡੇ ਕੋਲੇ ਪਹੁੰਚ ਜਾਣੀ ਹੈ। ਜੀ। ਜੇ 120 ਸੈਕਿੰਡ ਯਾਨੀ ਕਿ 2 ਮਿੰਟਾਂ ਤੋਂ ਲੇਟ ਹੋ ਗਈ ਤਾਂ ਅਗਲੇ ਦਿਨ ਅਖਬਾਰ 'ਚ ਆ ਜਾਂਦਾ ਸੀ ਵੀ ਇੱਥੇ ਆ ਐਮਰਜੈਂਸੀ ਸੀ, ਆਹ ਬੰਦੇ ਨੂੰ ਜਾਨ ਮਾਲ ਦਾ ਖਤਰਾ ਸੀ ਜਾਂ ਮੈਡੀਕਲ ਸਹੂਲਤਾਂ ਦੀ ਲੋੜ ਸੀ, ਔਰ ਇੱਥੇ ਆ ਐਂਬੂਲੈਂਸ ਜਾਂ ਪੁਲਿਸ 120 ਸਕਿੰਟਾਂ 'ਚ ਪਹੁੰਚ ਨਹੀਂ ਪਾਈ। ਔਰ ਇੱਥੇ ਆਪਣੇ ਬੰਦੇ ਨੂੰ ਹਸਪਤਾਲ ਪਹੁੰਚਦੇ ਉੱਥੇ ਫਾਰਮੈਲਿਟੀਆਂ ਪੂਰੀਆਂ ਕਰਦੇ, ਐਡਮਿਟ ਕਰਾਉਂਦੇ ਹੀ ਕਿੰਨੇ ਬੰਦਿਆਂ ਦੀ ਜਾਨ ਚਲੀ ਜਾਂਦੀ। ਆਪਾਂ ਅਕਸਰ ਹੀ ਸੁਣਦੇ ਹਾਂ ਵੀ ਜੇ ਕਿਤੇ ਇਹਨੂੰ ਟਾਈਮ ਨਾਲ ਮੈਡੀਕਲ ਫੈਸਿਲਿਟੀਜ਼ ਮਿਲ ਜਾਂਦੀਆਂ ਤੇ ਇਹ ਬਚ ਜਾਂਦਾ। ਇਹ ਬਚ ਜਾਂਦਾ। ਬਿਲਕੁਲ ਗੱਲ ਉੱਥੇ ਫੇਰ ਖੜਦੀ ਹੈ ਜੀ ਵੀ ਸਿਸਟਮ, ਸਾਡਾ ਸਿਸਟਮ ਕਿਸ ਤਰੀਕੇ ਦਾ। ਸਾਡਾ ਸਿਸਟਮ ਜੇ ਸਹੀ ਹੋਵੇ ਤਾਂ ਇਹਨਾਂ ਗੱਲਾਂ ਦੀ ਜਿਹੜੀ ਹੈ ਸਾਨੂੰ ਕਰਨ ਦੀ ਲੋੜ ਨਾ ਪਵੇ, ਸਾਨੂੰ ਉਲਝਣ ਦੀ ਲੋੜ ਨਾ ਪਵੇ, ਸਾਨੂੰ ਕੁੜਨ ਦੀ ਲੋੜ ਨਾ ਪਵੇ। ਕਿਉਂਕਿ ਜੇ ਸਾਡਾ ਸਿਸਟਮ ਸਹੀ ਹੋਵੇ, ਸਾਡੇ ਬੱਚੇ, ਸਾਡੇ ਨੌਜਵਾਨ ਕਿਉਂ ਕੁਰਾਹੇ ਪੈਂਦੇ ਨੇ, ਸਾਡੇ ਬੱਚੇ, ਸਾਡੇ ਨੌਜਵਾਨ ਕਿਉਂ ਸਾਡਾ ਦੇਸ਼ ਛੱਡ ਕੇ ਬਗਾਨੇ ਦੇਸ਼ ਜਾਂਦੇ ਨੇ। ਕਿਤੇ ਨਾ ਕਿਤੇ ਸਿਸਟਮ ਦੀ ਘਾਟ ਹੈ। ਗੱਲਾਂ ਚਰਚਾ ਚੱਲਦੀ ਰਹੇਗੀ, ਪਰ ਅਗਲੇ ਪ੍ਰੋਗਰਾਮ ਤੱਕ, ਉਦੋਂ ਤੱਕ ਦਿਓ ਇਜਾਜ਼ਤ। ਸਰਸੂਆ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਹ ਸੀ ਸਰਦਾਰ ਰੁਪਿੰਦਰ ਸਿੰਘ ਸਰਸੂਆ, MD ਈ ਸਕੂਲ। ਇਹਨਾਂ ਨਾਲ ਆਪਾਂ ਚਰਚਾ ਕੀਤੀ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਇਹਨਾਂ ਨਾਲ ਚਰਚਾ ਕਰਾਂਗੇ। ਉਦੋਂ ਤੱਕ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।